ਖੰਡ ਤੋਂ ਸੋਨੀ ਧਰਤੀ ਪਾਕਿਸਤਾਨ ਪ੍ਰੋਗਰਾਮ ਦੇ ਨਾਲ ਮੈਂ ਤੁਹਾਡਾ ਹੋਸਟ ਚਾਂਦ ਸ਼ਕੀਲ। ਨਾਜ਼ਰੀਨ, ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਬਹੁਤ ਹੀ ਖੂਬਸੂਰਤ ਸ਼ਾਇਰ, ਬਹੁਤ ਹੀ ਖੂਬਸੂਰਤ ਇਨਸਾਨ, ਕਾਲਮ ਨਿਗਾਰ ਔਰ ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਰੇਡੀਓ ਉੱਤੇ ਵੀ ਆਵਾਜ਼ ਸੁਣਦੇ ਹੋਵੋਗੇ। ਬਹੁਤ ਸੋਹਣਾ ਪ੍ਰੋਗਰਾਮ ਕਰਦੇ ਨੇ ਔਰ ਕੁਝ ਹਫ਼ਤੇ ਪਹਿਲਾਂ ਹੀ ਉਹਨਾਂ ਦੀ ਕਿਤਾਬ ਚੇਤਰ ਸਾਹਮਣੇ ਆਈ, ਜਿਹਦੇ ਵਿੱਚ ਗਜ਼ਲਾਂ ਸ਼ਾਮਲ ਨੇ ਔਰ ਉਹਨਾਂ ਦੀ ਇਸ ਕਿਤਾਬ ਨੂੰ ਬਹੁਤ ਮਾਨਤਾ ਮਿਲੀ, ਬਹੁਤ ਪਿਆਰ ਮਿਲਿਆ। ਔਰ ਨਾਜ਼ਰੀਨ, ਬਹੁਤ ਘੱਟ ਇਸ ਤਰ੍ਹਾਂ ਹੁੰਦਾ ਹੈ ਕਿ ਕੋਈ ਵੀ ਸ਼ਾਇਰ ਛਪਣ ਤੋਂ ਪਹਿਲਾਂ ਹੀ, ਯਾਨੀ ਕਿ ਉਹਦੀ ਕਿਤਾਬ ਆਉਣ ਤੋਂ ਪਹਿਲਾਂ ਹੀ ਉਹ ਇੰਨਾ ਪਾਪੂਲਰ ਹੋ ਜਾਵੇ। ਵੈਸੇ ਤਾਂ ਉਹਨਾਂ ਦਾ ਕਲਾਮ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਵਾਇਰਲ ਹੈ ਔਰ ਲੋਕ ਪਸੰਦ ਕਰਦੇ ਨੇ, ਪਰ ਉਹਨਾਂ ਦੀ ਇਹ ਗਜ਼ਲ ਜਿੱਦਾਂ ਸ਼ੇਰ ਇਸ ਤਰ੍ਹਾਂ ਹੈ, ਚੱਲਿਆ ਜੀ ਨੂੰ ਜੀ ਹੁੰਦੀ ਏ, ਹੋਰ ਮੁਹੱਬਤ ਕੀ ਹੁੰਦੀ ਹੈ। ਰੋਮਾਂਟਿਕ ਪੋਇਟ ਨੇ, ਆਓ ਉਹਨਾਂ ਨਾਲ ਗੱਲਬਾਤ ਕਰਨੇ ਆ। ਸਰਫਰਾਜ਼ ਸਫੀ, अस्सलाम वालेकुम। वालेकुम सफ़ी भाई, कैसे हो? जी मैं ठीक ठाक हो? तुसी सुनाओ कैसे? अल्लाह का शुक्र, ठीक ठाक, मेहरबानी। तुसी तशरीफ ले आए, बड़ा चंगा लगा तेरे स्टूडियो आके, बड़ा वधिया स्टूडियो, बहुत अच्छा। और तेरी वैबसाइट भी माशाल्लाह दुनिया ते मशहूर, बड़ी पॉपुलर। मेहरबानी सरफराज जी। अच्छा, सब तो पहले यह दसो कि जिहड़ी तुहाडी किताब सामने आई चेतर, वैसे तो चेतर एक महीने का नाम ही है, तुसी ਇਹਦਾ ਨਾਮ ਕੀ ਸੋਚ ਕੇ ਰੱਖਿਆ? ਇਹ ਜਿਸ ਤਰ੍ਹਾਂ ਤੁਸੀਂ ਦੱਸਿਆ ਨਾ ਕਿ ਮੈਂ ਮੁਹੱਬਤ ਦਾ ਸ਼ਾਇਰ ਹਾਂ, ਰੋਮਾਂਟਿਕ ਪੋਇਟ ਮੈਨੂੰ ਕਿਹਾ ਜਾਂਦਾ ਹੈ। ਔਰ ਇਹ ਲੇਬਲ ਚੰਗਾ ਹੋਇਆ ਮੇਰੇ ਤੇ ਲੱਗ ਗਿਆ, ਪਬਲਿਕ ਨੇ ਲਾ ਦਿੱਤਾ, ਮੈਨੂੰ ਪਿਆਰ ਕਰਨ ਵਾਲਿਆਂ ਨੇ ਲਾ ਦਿੱਤਾ। ਤੇ ਚੇਤਰ ਉਹ ਮਹੀਨਾ ਹੈ, ਦੇਸੀ ਮਹੀਨਾ, ਜਿਹਦੇ ਵਿੱਚ ਸਪਰਿੰਗ ਸੀਜ਼ਨ ਹੁੰਦਾ ਹੈ। ਜਦੋਂ ਮਾਰਚ ਆਉਂਦਾ ਹੈ ਅੰਗਰੇਜ਼ੀ ਮਹੀਨਿਆਂ 'ਚ, ਉਦੋਂ ਚੇਤਰ 'ਚ ਚੇਤ ਚੜ੍ਹਦਾ ਹੈ ਅਤੇ ਉਹਦੇ 'ਚ ਫੁੱਲ ਖਿੜਦੇ ਆ, ਉਹਦੇ 'ਚ ਖੁਸ਼ਬੂਈਆਂ ਹੁੰਦੀਆਂ ਹੈ, ਹੁਣ ਬਹਾਰ ਹੁੰਦੀ ਹੈ ਪੂਰੀ ਦੀ ਪੂਰੀ। ਅਤੇ ਮੇਰੀ ਸ਼ਾਇਰੀ ਵੀ ਜਿਹੜੀ ਹੈ ਉਹ ਕੁਝ ਰਲਦੀ ਮਿਲਦੀ ਹੈ ਚੇਤਰ ਨਾਲ, ਅਤੇ ਮੈਂ ਸੋਚਿਆ ਇਹਦਾ ਨਾਂ ਹੀ ਚੇਤਰ ਰੱਖ ਲਿਆ ਜਾਵੇ ਕਿਤਾਬ ਦਾ। ਜ਼ਬਰਦਸਤ ਜ਼ਬਰਦਸਤ। ਅੱਛਾ, ਤੁਸੀਂ ਰੇਡੀਓ 'ਤੇ ਕਿੰਨੇ ਅਰਸੇ ਤੋਂ ਪ੍ਰੋਗਰਾਮ ਕਰ ਰਹੇ ਹੋ? ਰੇਡੀਓ ਤੁਹਾਡਾ ਉਹ ਵੀ ਪ੍ਰੋਗਰਾਮ ਜਿਹੜਾ ਉਹ ਕਾਫੀ ਪਾਪੂਲਰ ਹੈ, ਬਹੁਤ ਸਾਰੇ ਲੋਕ ਜਿਹੜੇ ਉਹ ਸੁਣਨ ਵਾਲੇ ਨੇ ਤੁਹਾਡੇ, ਅਤੇ ਕਿੰਨੇ ਅਰਸੇ ਤੋਂ ਕਰ ਰਹੇ ਹੋ? ਰੇਡੀਓ ਮੈਂ ਕਰ ਰਿਹਾ ਪਿਛਲੇ ਕੋਈ 11 ਸਾਲ ਤੋਂ। ਅੱਛਾ। ਰੇਡੀਓ ਪਾਕਿਸਤਾਨ ਲਾਹੌਰ ਦਾ ਅਨਾਉਂਸਰ ਸੀ, ਔਰ ਉਸ ਤੋਂ ਬਾਅਦ FM ਦਾ ਇੱਕ ਆ ਗਿਆ, ਜਾਲ ਵਿੱਚ ਗਿਆ, ਅਤੇ ਫਿਰ ਮੈਂ FM ਰੇਡੀਓ ਸ਼ੁਰੂ ਕਰ ਦਿੱਤਾ। FM ਰੇਡੀਓ 'ਤੇ ਵੀ ਮੈਂ ਪੰਜਾਬੀ ਸ਼ੋਅ ਹੀ ਕਰਨਾ, ਆਪਣੀ ਮਾਂ ਬੋਲੀ ਨਾਲ ਜੁੜਿਆ ਹੋਇਆ ਬਿਲਕੁਲ। ਜਿਸ ਤਰ੍ਹਾਂ ਮੇਰੀ ਸ਼ਾਇਰੀ ਸਾਰੀ ਦੀ ਸਾਰੀ ਪੰਜਾਬੀ, ਇਸੇ ਤਰ੍ਹਾਂ ਮੇਰਾ ਸ਼ੋਅ ਵੀ ਪੰਜਾਬੀ ਹੁੰਦਾ ਹੈ। ਜ਼ਬਰਦਸਤ। ਅੱਛਾ ਸਰਫਰਾਜ਼ ਜੀ, ਮੈਂ ਚਾਹੁੰਦਾ ਹਾਂ ਕਿ ਤੁਸੀਂ ਆਪਣਾ ਜਿਹੜਾ ਇਸ ਗਜ਼ਲ ਤੋਂ ਇਬਤਦਾ ਕਰੋ ਕਿ ਚੱਲਿਆ ਜੀ ਨੂੰ ਜੀ ਹੁੰਦੀ। ਚੱਲਿਆ ਜੀ ਨੂੰ ਜੀ ਹੁੰਦੀ ਏ, ਹੋਰ ਮੁਹੱਬਤ ਕੀ ਹੁੰਦੀ ਏ। ਵਾਹ ਵਾਹ। ਤੇਰਾ ਮੁਖੜਾ ਵੇਖ ਕੇ ਸੋਚਾਂ ਐਸੀ ਸੂਰਤ ਵੀ ਹੁੰਦੀ ਏ। ਵਾਹ 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 ਵਾਹ। ਤੇਰਾ ਮੁਖੜਾ ਵੇਖ ਕੇ ਸੋਚਾਂ ਐਸੀ ਸੂਰਤ ਵੀ ਹੁੰਦੀ ਏ। ਆਸ਼ਿਕ ਨਾ ਤੇ ਮੌਤੋਂ ਡਰਦੇ, ਨਾ ਬੁੱਲਾਂ ਤੇ ਸੀ ਹੁੰਦੀ ਏ। ਵਾਹ 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 ਵਾਹ। ਆਸ਼ਿਕ ਨਾ ਤੇ ਮੌਤੋਂ ਡਰਦੇ, ਨਾ ਬੁੱਲਾਂ ਤੇ ਸੀ ਹੁੰਦੀ ਏ। ਔਰ ਹਰ ਇੱਕ ਦਿਲ ਦੀ ਪ੍ਰੇਮ ਕਹਾਣੀ ਸਮਝੋ ਸੱਚੀ ਹੀ ਹੁੰਦੀ ਏ। ਵਾਹ ਵਾਹ। ਹਰ ਇੱਕ ਦਿਲ ਦੀ ਪ੍ਰੇਮ ਕਹਾਣੀ, ਸਿਰਫ ਮੇਰੀ ਨਹੀਂ, ਕੀ ਬਾਤ। ਹਰ ਇੱਕ ਦਿਲ ਦੀ ਪ੍ਰੇਮ ਕਹਾਣੀ ਸਮਝੋ ਸੱਚੀ ਹੀ ਹੁੰਦੀ ਏ। ਔਰ ਪਿਓ ਦਾ ਲੱਕ ਜੋ ਦੂਰਾ ਕਰਦੀ, ਉਹ ਮਾੜੇ ਦੀ ਧੀ ਹੁੰਦੀ ਏ। ਵਾਹ 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 ਵਾਹ। ਪਿਓ ਦਾ ਲੱਕ ਜੋ ਦੂਰਾ ਕਰਦੀ, ਉਹ ਮਾੜੇ ਦੀ ਧੀ ਹੁੰਦੀ ਏ। ਔਰ ਮੇਰੀ ਇੱਕ ਇੱਕ ਗਜ਼ਲ ਹੀ ਕਸਮੇ ਖਾਲਸ ਦੇਸੀ ਘੀ ਹੁੰਦੀ ਏ। ਵਾਹ 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 ਵਾਹ। ਮੇਰੀ ਇੱਕ ਇੱਕ ਗਜ਼ਲ ਹੀ ਕਸਮੇ ਖਾਲਸ ਦੇਸੀ ਘੀ ਹੁੰਦੀ ਏ। ਵਾਹ। ਪਹਿਲੇ ਤੋੜ ਦੀ ਬੋਤਲ ਵਰਗੀ, ਹਾਏ, ਪੂਰੀ ਕਿੱਥੇ ਪੀ ਹੁੰਦੀ ਏ। ਪਹਿਲੇ ਤੋੜ ਦੀ ਬੋਤਲ ਵਰਗੀ, ਵਾਹ ਵਾਹ, ਪੂਰੀ ਕਿੱਥੇ ਪੀ ਹੁੰਦੀ ਏ। ਵਾਹ ਵਾਹ। ਯਾਰ ਸਫੀ, ਹੁਣ ਮੈਂ ਕੀ ਦੱਸਾਂ ਆਖਰ ਉਲਫਤ ਕੀ ਹੁੰਦੀ ਏ। ਵਾਹ ਵਾਹ ਵਾਹ। ਚੱਲਿਆ ਜੀ ਨੂੰ ਜੀ ਨੂੰ ਜੀ ਹੁੰਦੀ ਹੈ, ਹੋਰ ਮੁਹੱਬਤ ਕੀ ਹੁੰਦੀ ਹੈ। ਬਹੁਤ ਖੂਬਸੂਰਤ। ਔਰ ਇਹ ਮੁਹੱਬਤ ਨੇ ਹੀ ਮੈਨੂੰ ਬੜੇ ਭਾਗ ਲਾਏ ਕਿ ਮੈਨੂੰ ਪੂਰੀ ਦੁਨੀਆ ਤੇ ਪਾਪੂਲਰ ਕੀਤਾ। ਜਿੱਥੇ ਜਿੱਥੇ ਕੋਈ ਪੰਜਾਬੀ ਬੋਲਦਾ ਹੈ, ਜਿੱਥੇ ਜਿੱਥੇ ਮਾਂ ਬੋਲੀ ਦਾ ਕਿਧਰੇ ਤਜ਼ਕਰਾ ਹੁੰਦਾ ਹੈ, ਮੇਰੇ ਸ਼ੇਰਾਂ ਦਾ ਤਜ਼ਕਰਾ ਜ਼ਰੂਰ ਹੁੰਦਾ ਹੈ। ਬਿਲਕੁਲ। ਇਹ ਕਰਮ ਹੈ, ਬਕਾਇਦਾ ਕਰਮ ਹੈ। ਅੱਛਾ, ਬਲੈਸਿੰਗ ਹੈ। ਅੱਛਾ ਸਰਫਰਾਜ਼ ਜੀ, ਤੁਸੀਂ ਬਕਾਇਦਾ ਮੁਹੱਬਤ ਕੀਤੀ ਵੀ?
हाँ मोहब्बत है मैं रोज करना मोहब्बत तो बगैर तो चारा कोई नहीं ना चांद जी दसा की है दुनिया ते तुसी पूरी कायनात में देखो ना कुदरत ने किड्डी किड्डी मुहब्बत नाल सारी कायनात बनाई है फुल खुशबोइयाँ कलर्स बर्ड्स बटरफ्लाइज जुगनू स्टार्स मून ये वो सब कुछ कितना सोहना है ये बगैर मुहब्बत तो नहीं बन सकता अगर मुहब्बत नहीं तो सब बदरंगी होवे कोई रंग ना होवे इहदे विच ना पूरी कायनात दे विच मुहब्बत नहीं सारे कलर लिआंदे होए ते जिथे जिथे मुहब्बत होएगी वो शायद तो फिर वड्डा होएगा ना सीधी गल है ਅੱਛਾ ਸਰਫਰਾਜ਼ੀ ਕਿ ਤੁਹਾਡੀ ਕਿਤਾਬ ਪਹਿਲੇ ਤੇ ਸੋਸ਼ਲ ਮੀਡੀਆ ਉੱਤੇ ਜਾਂ ਉਸ ਤਰ੍ਹਾਂ ਵੀ ਤੁਹਾਡਾ ਕਲਾਮ ਬਹੁਤ ਜਿਹੜਾ ਸੁਣਨ ਨੂੰ ਮਿਲਦਾ ਸੀ ਔਰ ਪੜ੍ਹੀ ਦਾ ਵੀ ਸੀ ਬਹੁਤ ਸਾਰੇ ਜਿਹੜੇ ਨੇ ਮੇਰੇ ਵਰਗੇ ਨੌਜਵਾਨ ਉਹ ਪੜ੍ਹਦੇ ਨੇ ਔਰ ਤੁਹਾਡੀ ਕਿਤਾਬ ਇੰਨੀ ਦੇਰ ਬਾਅਦ ਕਿਉਂ ਸਾਹਮਣੇ ਆਈ ਔਰ ਜਦੋਂ ਆਈ ਕਿਤਾਬ ਤੇ ਬੜੀ ਜ਼ਖੀਮ ਜਿਹੜੀ ਜਿਹਦੀ ਕੀਮਤ ਵੀ ਬਹੁਤ ਜ਼ਿਆਦਾ ਉਹਦੇ ਬਾਵਜੂਦ ਬਹੁਤ ਸਾਰੀ ਵਿਕ ਵੀ ਰਹੀ ਹੈ ਪੜ੍ਹੀ ਵੀ ਜਾ ਰਹੀ ਹੈ ਔਰ ਇਹਦੀ ਵਜ੍ਹਾ ਕੀ ਬਣੀ ਇਹ ਜਦੋਂ ਕਿਤਾਬ ਛਪ ਰਹੀ ਸੀ ਨਾ ਤੇ ਮੈਂ ਅੰਦਰੋਂ ਡਰ ਰਿਹਾ ਸੀ ਕਿ ਜਿਸ ਤਰ੍ਹਾਂ ਦੀ ਮੇਰੀ ਸ਼ਾਇਰੀ ਜਿਸ ਤਰ੍ਹਾਂ ਸੋਸ਼ਲ ਮੀਡੀਆ ਨੇ ਪਾਪੂਲਰ ਕੀਤੀ ਹੈ ਬੰਦੇ ਬੰਦੇ ਦੀ ਜ਼ੁਬਾਨ ਤੇ ਮੇਰੇ ਸ਼ੇਰ ਆ ਪੂਰਾ ਦਿਨ ਮੈਂ ਹੱਸਿਆ ਨਹੀਂ ਸੀ ਫੇਰ ਨਾ ਅੱਖੀਂ ਦੱਸਿਆ ਨਹੀਂ ਸੀ ਅੱਛਾ ਜਦੋਂ ਇੰਨੀ ਸਾਰੀ ਮੇਰੀ ਪਾਪੂਲਰ ਸ਼ਾਇਰੀ ਹੈ ਤੇ ਮੈਂ ਸੋਚ ਰਿਹਾ ਸੀ ਕਿ ਅਗਰ ਮੇਰੀ ਕਿਤਾਬ ਨਾ ਮਾਰਕੀਟ ਨੇ ਕਬੂਲੀ ਜਾਂ ਉਸ ਦੀ ਵੈਲਿਊ ਨਾ ਹੋਈ ਉਸ ਦੀ ਵਰਥ ਨਾ ਹੋਈ ਤੇ ਯਾਰ ਸਫੀ ਤੂੰ ਤੇ ਪਿੱਟ ਜਾਏਗਾ ਲੇਕਿਨ ਰੱਬ ਦਾ ਕਰਮ ਇਹ ਹੋਇਆ ਕੁਦਰਤ ਨੇ ਖਾਸ ਮਿਹਰਬਾਨੀ ਇਹ ਕੀਤੀ ਕਿ ਕਿਤਾਬ ਹਜੇ ਛਪ ਰਹੀ ਸੀ ਪ੍ਰੋਸੈਸ ਦੇ ਵਿੱਚ ਸੀ ਚਾਂਦ ਜੀ ਮੇਰੇ ਪਬਲਿਸ਼ਰ ਵੀ ਇਸ ਗੱਲ ਦੇ ਗਵਾਹ ਕਈ ਦੋਸਤ ਵੀ ਗਵਾਹ ਸੋਸ਼ਲ ਮੀਡੀਆ ਗਵਾਹ ਕਿ ਮੈਨੂੰ ਆਰਡਰਸ ਆਉਣ ਲੱਗ ਪਏ ਕਿ 10 ਕਿਤਾਬਾਂ ਮੇਰੇ ਲਈ 20 ਕਿਤਾਬਾਂ ਮੇਰੇ ਲਈ 50 ਕਿਤਾਬਾਂ ਮੇਰੇ ਲਈ 5 ਕਿਤਾਬਾਂ ਮੇਰੇ ਲਈ ਸਫੀ ਜੀ ਮੇਰੇ ਲਈ ਵੀ ਕਿਤਾਬ ਰੱਖਿਓ ਯਾਰ ਸਫੀ ਮੇਰੇ ਲਈ ਵੀ ਕਿਤਾਬ ਰੱਖਿਓ ਤੇ ਉਹ ਇੰਨਾ ਮੈਂ ਖੁਸ਼ ਹੋਇਆ ਇੰਨਾ ਮੇਰਾ ਹੌਸਲਾ ਵਧਿਆ ਕਿ ਕਿਹਾ ਜਾਂਦਾ ਨਾ ਕਿ ਅੱਜ ਕਿਤਾਬ ਨਹੀਂ ਵਿਕਦੀ ਵਿਕਦੀ ਹੈ ਕੁਛ ਹੋਵੇ ਤੇ ਸਹੀ ਅਗਰ ਤੁਹਾਡੇ ਕੋਲ ਕੁਛ ਹੈ ਤੁਹਾਡੀ ਕਿਤਾਬ ਵਿੱਚ ਕੁਛ ਹੈ ਤੁਹਾਡਾ ਸ਼ੇਰ ਹੈ ਤੁਹਾਡਾ ਸੁਖਨ ਹੈ ਤੁਹਾਡੀ ਤਹਿਰੀਰ ਹੈ ਤੇ ਜ਼ਰੂਰ ਵਿਕਦੀ ਹੈ ਇਹ ਗੱਲ ਗਲਤ ਹੈ ਕਿ ਕਿਤਾਬ ਨਹੀਂ ਵਿਕਦੀ ਔਰ ਕਿਹਾ ਜਾਂਦਾ ਸੀ ਕਿ ਪੰਜਾਬੀ ਸ਼ਾਇਰੀ ਤੇ ਬਿਲਕੁਲ ਹੀ ਨਹੀਂ ਵਿਕਦੀ ਚੇਤਰ ਨੇ ਸਾਬਤ ਕੀਤਾ ਕਿ ਇੰਝ ਵਿਕਦੀ ਹੈ ਇੰਝ ਮਾਰਕੀਟ ਲੈਂਦੀ ਹੈ ਔਰ ਬੇਸ਼ੁਮਾਰ ਮਤਲਬ ਮੈਂ ਤੇ ਇੰਨਾ ਖੁਸ਼ ਹਾਂ ਜਿਸ ਦੀ ਹੱਦ ਕੋਈ ਨਹੀਂ ਆਪਣੇ ਸਾਰੇ ਸੱਜਣਾ ਤੇ ਲਿਸਨਰਸ ਤੇ ਮੇਰੇ FM ਦੇ ਲਿਸਨਰਸ ਬਹੁਤ ਜ਼ਿਆਦਾ ਖਰੀਦਣ ਵਾਲੇ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਖਰੀਦਣ ਵਾਲਾ ਆਮ ਮਾਰਕੀਟ ਦੇ ਵਿੱਚ ਮਤਲਬ ਇੱਥੇ ਐਕਸਪੋ ਕਿਤਾਬ ਮੇਲਾ ਸੀ ਲਾਹੌਰ ਵਿੱਚ ਤੇ ਮੇਰੀ ਕਿਤਾਬ ਰਿਕਾਰਡ ਵਿਕ ਰਹੀ ਸੀ ਤੇ ਇਹ ਰੱਬ ਦਾ ਕਰਮ ਹੀ ਹੈ ਨਾ ਜਿੰਨਾ ਸ਼ੁਕਰ ਅਦਾ ਕੀਤਾ ਜਾਵੇ ਘੱਟ ਹੈ ਅੱਛਾ ਹੁਣ ਮੈਂ ਆਉਂਦਾ ਹਾਂ ਕਿ ਹੱਸਿਆ ਨਹੀਂ ਸੀ ਤੇ ਕਮਾਲ ਪੂਰਾ ਦਿਨ ਮੈਂ ਹੱਸਿਆ ਨਹੀਂ ਸੀ ਵਾਹ ਫੇਰ ਨਾ ਅੱਖੀਂ ਦੱਸਿਆ ਨਹੀਂ ਸੀ ਮੌਤ ਨੇ ਆਪੇ ਮੂੰਹ ਨਾ ਲਾਇਆ ਮੈਂ ਤੇ ਕਿਧਰੇ ਨਸਿਆ ਨਹੀਂ ਸੀ ਵਾਹ 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 ਮੌਤ ਨੇ ਆਪੇ ਮੂੰਹ ਨਾ ਲਾਇਆ ਜੇ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਕਿਤਾਬ ਚੋਂ ਦੇਖ ਲਵਾਂ ਹੈ ਹਾਂ ਹਾਂ ਮੈਂ ਬਿਲਕੁਲ ਨਿਸ਼ਾਨ ਤੇ ਨਹੀਂ ਲਾਇਆ ਲੇਕਿਨ ਜਾ ਕੇ ਉਹ ਸਾਰਨੀ ਦੇ ਵਿੱਚੋਂ ਪੈਰਿਸ ਦੇ ਵਿੱਚੋਂ ਗਜ਼ਲ ਕੱਢ ਕੇ ਅਗਰ ਤੁਹਾਨੂੰ ਸੁਣਾ ਦਿੱਤੀ ਜਾਵੇ ਜ਼ਰੂਰ ਅਸੀਂ ਤੇ ਚਾਹਾਂਗੇ ਬਲਕਿ ਅਸੀਂ ਤੇ ਫਰਮਾਇਸ਼ ਕੀਤੀ ਕਿ ਇਹ ਵਾਲੀ ਕਿਉਂਕਿ ਇਹ ਵੀ ਤੁਹਾਡੀ ਇਹ ਗਜ਼ਲ ਜਿਹੜੀ ਨਾ ਕਾਫੀ ਸੋਸ਼ਲ ਮੀਡੀਆ ਉੱਤੇ ਇੱਧਰ ਉੱਧਰ ਖਾਸ ਤੌਰ ਤੇ ਮੁਸ਼ਾਇਰਿਆਂ ਵਿੱਚ ਜਿਹੜੇ ਨਾ ਔਰ ਆਪਣਾ ਹੀ ਸਹਿਰ ਤਾਰੀ ਕਰ ਦਿੰਦੀ ਔਰ ਲੋਕ ਫਰਮਾਇਸ਼ ਕਰਦੇ ਨੇ ਕਿ ਸਫੀ ਜੀ ਫੇਰ ਸੁਣਾਓ ਇਹ ਅਗਰ ਮੈਨੂੰ ਪਤਾ ਹੁੰਦਾ ਨਾ ਤੁਸੀਂ ਇਸ ਤਰ੍ਹਾਂ ਯਕਦਮ ਫਰਮਾਇਸ਼ਾਂ ਕਰਨੀਆਂ ਤੇ ਮੈਂ ਨਾ ਨਿਸ਼ਾਨ ਲਾ ਲੈਂਦਾ ਕੁਝ ਗਜ਼ਲਾਂ ਦੇ ਉੱਤੇ ਤਾਂ ਕਿ ਤੁਹਾਡੀ ਫਰਮਾਇਸ਼ ਪੂਰੀ ਕਰ ਦਿੱਤੀ ਨਹੀਂ ਅਸੀਂ ਤਾਂ ਕਿਹਾ ਸੀ ਕਿ ਚਲੋ ਸੁਣ ਲਵਾਂਗੇ ਕਿਸ ਤਰ੍ਹਾਂ ਵੀ ਲੇਕਿਨ ਚਲੋ ਮਿਹਰਬਾਨੀ ਕਿ ਤੁਸੀਂ ਸਾਡੀ ਫਰਮਾਇਸ਼ ਜਿਹੜੀ ਉਹ ਸਾਡੇ ਦੇਖਣ ਵਾਲਿਆਂ ਦੇ ਵੀ ਪੂਰੀ ਕਰ ਰਹੇ ਹੋ ਦਿਲ ਕਮਲਾ ਕਮਜ਼ੋਰ ਜਿਹਾ ਏ ਪਹਿਲੇ ਨਾਲੋਂ ਹੋਰ ਜਿਹਾ ਏ ਹਾਏ ਮਤਲਬ ਕਿਹੜੀ ਗਜ਼ਲ ਜਿਹੜੀ ਹੈ ਮਤਲਬ ਸਾਰੀਆਂ ਹੀ ਗਜ਼ਲਾਂ ਜਿਹੜੀਆਂ ਅਸੀਂ ਤਾਂ ਤੁਹਾਡੇ ਕੋਲੋਂ ਬੋਲੀਆਂ ਵੀ ਅਜੇ ਸੁਣਨੀਆਂ ਉਹ ਵੀ ਤੁਹਾਡੀਆਂ ਕਾਫੀ ਪਪੂਲਰ ਦੁਆ ਕਰੋ ਨਜ਼ਮਾਂ ਵਾਲੀ ਕਿਤਾਬ ਵੀ ਤੁਹਾਡੀ ਅੱਗੋਂ ਆ ਰਹੀ ਹੈ ਮਾਸ਼ਾਅੱਲਾ ਉਹਦੇ ਬਾਰੇ ਵੀ ਗੱਲਬਾਤ ਹਾਂ ਮਿੱਠਾ ਪਾਣੀ ਵੀ ਛੇਤੀ ਆ ਜਾਏਗੀ ਮਾਰਕੀਟ ਦੇ ਵਿੱਚ ਤੇ ਉਹ ਪ੍ਰੋਸੈਸ 'ਚ ਮਿੱਠਾ ਪਾਣੀ ਉਸ ਦਾ ਤਕਰੀਬਨ ਕਾਫੀ ਜ਼ਿਆਦਾ ਕੰਮ ਹੋ ਗਿਆ ਔਰ ਜਿਹੜਾ ਹੈ ਉਸ ਦਾ ਫਸਟ ਮੈਟਰ
ਉਹ ਵੀ ਮੁਸੱਵਦਾ ਵੀ ਜਿਹੜਾ ਹੈ ਉਹ ਹੱਥ 'ਚ ਆ ਗਿਆ ਹੈ। ਜ਼ਬਰਦਸਤ, ਯਾਨੀ ਕਿ 1-2 ਮਹੀਨੇ ਤੱਕ ਉਹ ਵੀ 1-2 ਮਹੀਨੇ ਤੱਕ ਇਨਸ਼ਾਅੱਲਾ ਮਿੱਠਾ ਪਾਣੀ ਵੀ ਸਾਡੇ ਕੋਲ ਹੋਏਗੀ। ਔਰ ਜਿਸ ਤਰ੍ਹਾਂ ਚੇਤਰ ਵਿਕ ਰਹੀ ਹੈ, ਜਿਸ ਤਰ੍ਹਾਂ ਚੇਤਰ ਨੂੰ ਪਜ਼ੀਰਾਈ ਮਿਲੀ ਹੈ, ਇਸੇ ਤਰ੍ਹਾਂ ਮਿੱਠਾ ਪਾਣੀ ਨੂੰ ਵੀ ਪਜ਼ੀਰਾਈ ਮਿਲੇਗੀ। ਸਹੀ, ਇਨਸ਼ਾਅੱਲਾ। ਔਰ ਦੱਸਾਂ ਕਿ 188 ਗਜ਼ਲਾਂ ਹੈ ਮੇਰੀ ਇਸ ਕਿਤਾਬ ਦੇ ਵਿੱਚ, ਤੇ ਗਜ਼ਲ ਲੱਭਣੀ ਥੋੜਾ ਮਸਲਾ ਤੇ ਹੈ ਨਾ। ਚਲੋ ਜਿਹੜੀ ਜ਼ਿਹਨ ਚ ਆ ਰਹੀ ਮੈਂ ਚਾਹ ਰਿਹਾ ਕਿ ਉਹ ਹੀ ਹਾਂ, ਮੈਂ ਚਾਹੁੰਦਾ ਕਿ ਤੁਹਾਨੂੰ ਨਾ ਮੈਂ ਜ਼ੁਬਾਨੀ ਕੁਝ ਸ਼ੇਰ ਸੁਣਾ ਜੀ ਜੀ ਜੀ, ਜਿਸ ਤਰ੍ਹਾਂ ਸ਼ੇਰ ਹੀ ਸੁਣਨੇ ਆ। ਤੇ ਫਿਰ ਉਹ ਸਫੀ ਕਹਿੰਦਾ ਨਾ ਕਿ 100 ਗੱਲਾਂ ਦੀ ਇੱਕੋ ਗੱਲ ਏ, ਹਾਂ ਤੈਨੂੰ ਪਿੱਛੇ ਲਾਉਣ ਦਾ ਵਾਲੇ। 100 ਗੱਲਾਂ ਦੀ ਇੱਕੋ ਗੱਲ ਏ, ਤੈਨੂੰ ਪਿੱਛੇ ਲਾਉਣ ਦਾ ਵਾਲੇ। ਔਰ ਜਿਹੜਾ ਰੰਗ ਪਤਾਸੇ ਦਾ, ਹਾਏ, ਉਹ ਤੇਰੇ ਹਾਸੇ ਦਾ। ਵਾਹ 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 ਵਾਹ। ਜਿਹੜਾ ਰੰਗ ਪਤਾਸੇ ਦਾ, ਉਹ ਤੇਰੇ ਹਾਸੇ ਦਾ। ਔਰ ਜੈਸੀ ਖੁਸ਼ਬੂ ਹਾਣੀ ਵਿੱਚ, ਵਾਹ 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 ਵਾਹ, ਵੈਸੀ ਰਾਤ ਦੀ ਰਾਣੀ ਵਿੱਚ। ਕਮਾਲ ਹੈ, ਕਮਾਲ ਹੈ। ਜੈਸੀ ਖੁਸ਼ਬੂ ਹਾਣੀ ਵਿੱਚ, ਵੈਸੀ ਰਾਤ ਦੀ ਰਾਣੀ ਵਿੱਚ। ਰੱਬ ਬਣਾਇਆ ਤੈਨੂੰ ਯਾਰ, ਚੰਨ ਘੋਲ ਕੇ ਪਾਣੀ ਵਿੱਚ। ਵਾਹ 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 ਵਾਹ। ਰੱਬ ਬਣਾਇਆ ਤੈਨੂੰ ਯਾਰ, ਚੰਨ ਘੋਲ ਕੇ ਪਾਣੀ ਵਿੱਚ। ਵਾਹ। ਸੁਰ ਨੇ ਤੇਰੇ ਚੂੜੇ ਦੇ, ਗੀਤ ਅੱਜ ਮਦਾਨੀ ਵਿੱਚ। ਵਾਹ 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 ਵਾਹ। ਸੁਰ ਨੇ ਤੇਰੇ ਚੂੜੇ ਦੇ, ਗੀਤ ਅੱਜ ਮਦਾਨੀ ਵਿੱਚ। ਔਰ ਇਸ਼ਕ ਦੀ ਪੂਰੀ ਰਹਿਤਲ ਸੀ, ਇਸ਼ਕ ਦੀ ਪੂਰੀ ਰਹਿਤਲ ਸੀ, ਉਸ ਕੁੜੀ ਮਰ ਜਾਣੀ ਵਿੱਚ। ਵਾਹ 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 ਵਾਹ। ਇਸ਼ਕ ਦੀ ਪੂਰੀ ਰਹਿਤਲ ਸੀ, ਵਾਹ, ਉਸ ਕੁੜੀ ਮਰ ਜਾਣੀ ਵਿੱਚ। ਔਰ ਟਹਿਣੀਆਂ ਵੱਢ ਕੇ ਸੁੱਟਿਆ ਸੀ, ਆ ਗਿਆ ਫਿਰ ਮੈਂ ਟਾਹਣੀ ਵਿੱਚ। ਵਾਹ ਵਾਹ ਵਾਹ। ਟਾਹਣੀਆਂ ਵੱਢ ਕੇ ਸੁੱਟਿਆ ਸੀ, ਟਾਹਣੀਆਂ ਵੱਢ ਕੇ ਸੁੱਟਿਆ ਸੀ, ਵਾਹ, ਆ ਗਿਆ ਫਿਰ ਮੈਂ ਟਾਹਣੀ ਵਿੱਚ। ਔਰ ਸੁੱਖ ਦੀ ਦੁਨੀਆ ਲੱਭੇ ਨਾ, ਦੁਨੀਆ ਖਸਮਾਂ ਖਾਣੀ ਵਿੱਚ। ਵਾਹ ਵਾਹ ਵਾਹ। ਸੁੱਖ ਦੀ ਦੁਨੀਆ ਲੱਭੇ ਨਾ, ਦੁਨੀਆ ਖਸਮਾਂ ਖਾਣੀ ਵਿੱਚ। ਵਾਹ। ਔਰ ਯਾਰ ਸਫੀ ਜੀ ਦੱਸਾਂ ਕੀ, ਤੰਦ ਗਵਾਚੀ ਤਾਣੀ ਵਿੱਚ। ਵਾਹ 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 ਵਾਹ, ਜ਼ਬਰਦਸਤ। ਜੈਸੀ ਖੁਸ਼ਬੂ ਹਾਣੀ ਵਿੱਚ, ਵੈਸੀ ਰਾਤ ਦੀ ਰਾਣੀ ਵਿੱਚ। ਔਰ ਚਾਂਦ ਜੀ ਤੁਹਾਡੇ ਵਾਸਤੇ ਇੱਕ ਸ਼ੇਰ, ਜੀ ਜੀ। ਚੰਨ ਵੇਖਾਂ ਹਾਂ, ਜਾਂ ਤੇਰੇ ਵੱਲ, ਵਾਹ 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 ਵਾਹ। ਦੋਵਾਂ ਪਾਸੇ ਇੱਕੋ ਗੱਲ। ਵਾਹ ਵਾਹ ਵਾਹ, ਕੀ ਬਾਤ। ਚੰਨ ਵੇਖਾਂ ਜਾਂ ਤੇਰੇ ਵੱਲ, ਵਾਹ, ਦੋਵਾਂ ਪਾਸੇ ਇੱਕੋ ਗੱਲ। ਗੱਲ। ਔਰ ਦੱਸਾਂ ਕਿ ਇਹ ਕਰਮ ਹੈ ਬਹੁਤ ਸਾਰਾ ਕਿ ਡਿਕਸ਼ਨ ਜਿਹੜੀ ਹੈ ਮੇਰੇ ਕੋਲ। ਜਿਹੜੇ ਲੋਕ ਕਹਿੰਦੇ ਨਾ, ਜਿਹੜੇ ਦੋਸਤ ਕਹਿੰਦੇ ਕਿ ਸਾਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ, ਉਹ ਜਦੋਂ ਮੇਰੇ ਸ਼ੇਰ ਪੜ੍ਹਦੇ ਤਾਂ ਉਹ ਕਹਿੰਦੇ ਇਹ ਤੇ ਉਰਦੂ ਨਾਲ ਵੀ ਸੌਖੇ ਆ। ਹਾਂ, ਮੇਰੀ ਜ਼ੁਬਾਨ ਜਿਹੜੀ ਹੈ ਨਾ ਬੜੀ ਆਮ ਫਹਿਮ, ਜਿਹੜੀ ਅਸੀਂ ਆਮ ਬੋਲੀ ਬੋਲਨੇ ਆ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਹਦੇ ਵਿੱਚ ਸ਼ੇਰ ਕੱਢੇ ਜਾਣ ਨਾ। ਔਰ ਸੱਚੀ ਗੱਲ ਹੈ ਕਿ ਮੈਂ ਤੇ ਕਾਫੀਆ ਰਦੀਫ ਅੰਗਰੇਜ਼ੀ ਵੀ ਕਰ ਰਹੀ ਨਾ ਕਦੀ ਕਦੀ ਨਾ। ਅੱਛਾ। ਜਿਵੇਂ ਮੇਰਾ ਸ਼ੇਰ ਹੈ ਕਿ ਅੱਜ ਕੱਲ ਗਮ ਦਾ ਫੇਜ਼ ਹੈ ਯਾਰ, ਫੇਜ਼ 1 2 3। ਅੱਜ ਕੱਲ ਗਮ ਦਾ ਫੇਜ਼ ਹੈ ਯਾਰ, ਹਾਸਿਓਂ ਫੁੱਲ ਗਰੇਜ਼ ਹੈ ਯਾਰ। ਵਾਹ। ਔਰ ਬਹੁਤ ਸਾਰੇ ਕਈ ਥਾਵਾਂ ਤੇ ਮੈਂ ਕਾਫੀਆ ਜਿਹੜਾ ਹੈ, ਰਦੀਫ ਜਿਹੜੀ ਹੈ ਉਹ ਅੰਗਰੇਜ਼ੀ ਦੇ ਵਿੱਚ ਵੀ ਹੈ ਮੇਰੀ। ਮੈਂ ਇਹ ਸਮਝਣਾ ਕਿ ਸਾਡੀ ਪੰਜਾਬੀ ਜ਼ੁਬਾਨ ਜਿਹੜੀ ਹੈ ਨਾ, ਉਹ ਸਿਰਫ ਉਹਨੂੰ ਉੱਥੇ ਹੀ ਨਹੀਂ ਰੱਖਣਾ ਜਿੱਥੇ ਕਿ ਕਿਹਾ ਜਾਂਦਾ ਕਿ ਬਸ ਸਿਰਫ ਪੰਜਾਬੀ ਵਰਡਸ ਹੀ ਹੋਣ। ਇਹਨੂੰ ਅਸੀਂ ਮਾਡਰਨ ਕਰਨਾ ਹੈ ਅੱਜ ਦੀ ਜ਼ੁਬਾਨ। ਔਰ ਜਿਸ ਤੇਜ਼ੀ ਨਾਲ ਪੰਜਾਬੀ ਜ਼ੁਬਾਨ ਦੀ ਦੁਨੀਆ ਦੇ ਵਿੱਚ ਪਜ਼ੀਰਾਈ ਹੈ, ਜਾਂ ਜਿਸ ਤੇਜ਼ੀ ਨਾਲ ਇਹ ਜ਼ੁਬਾਨ ਵੱਧਦੀ ਪਈ ਹੈ, ਖਿਲਰਦੀ ਪਈ ਹੈ, ਇਸ ਤੇਜ਼ੀ ਨਾਲ ਜਾਂ ਸ਼ਕੀਲ ਜੀ ਹੋਰ ਕੋਈ ਜ਼ੁਬਾਨ ਇਸ ਵੇਲੇ ਦੁਨੀਆ 'ਚ ਪਾਪੂਲਰ ਨਹੀਂ। ਸਾਡਾ ਇੱਧਰਲਾ ਪੰਜਾਬ, ਸਾਡਾ ਉੱਧਰਲਾ ਪੰਜਾਬ, ਇੰਡੀਆ ਵਾਲਾ, ਫਿਰ ਪੂਰਾ ਕੈਨੇਡਾ, ਫਿਰ ਪੂਰਾ ਯੂਰਪ, ਤੇਜ਼ੀ ਨਾਲ ਉੱਥੇ ਸਾਡੀ ਜ਼ੁਬਾਨ ਜਿਹੜੀ ਹੈ ਨਾ ਪਾਪੂਲਰ ਹੋ ਰਹੀ ਹੈ। ਔਰ ਇਸ ਪਾਪੂਲੈਰਿਟੀ ਦੇ ਪਿੱਛੇ ਕੌਣ ਹੈ? ਯਾਰ ਸਫੀ ਵਰਗੇ ਸ਼ਾਇਰ, ਜਾਂ ਸ਼ਕੀਲ ਵਰਗੇ ਸੋਹਣੇ ਸੁਖਨਵਾਰ। ਇਹ ਹੀ ਲੋਕ ਆ ਜਿਨ੍ਹਾਂ ਦੀ ਵਜ੍ਹਾ ਤੋਂ, ਜਿਨ੍ਹਾਂ ਦੀ ਮਿੱਠੀ ਜ਼ੁਬਾਨ ਦੀ ਵਜ੍ਹਾ ਤੋਂ, ਜਿਨ੍ਹਾਂ ਦੇ ਮਿੱਠੇ ਮਿੱਠੇ ਨਿੱਕੇ ਨਿੱਕੇ ਸ਼ੇਰਾਂ ਦੀ ਵਜ੍ਹਾ ਤੋਂ ਪੂਰੀ ਦੁਨੀਆ 'ਚ
ਬਾਕਾਇਦਾ ਪੰਜਾਬੀ ਜ਼ੁਬਾਨ ਜਿਹੜੀ ਹੈ ਨਾ ਉਹ ਇੱਕ ਤਰ੍ਹਾਂ ਦੀ ਰਾਈਜ ਹੋ ਰਹੀ ਹੈ। ਅਸੀਂ ਤਾਂ ਇੱਥੇ ਰੌਲਾ ਪਾਉਂਦੇ ਰਹਿੰਦੇ ਹਾਂ ਨਾ ਕਿ ਸਾਡੀ ਜ਼ੁਬਾਨ ਜਿਹੜੀ ਲਾਗੂ ਕੀਤੀ ਜਾਵੇ, ਰਾਈਜ ਕੀਤੀ ਜਾਵੇ ਔਰ ਪ੍ਰਾਇਮਰੀ ਸਤਹ ਤੋਂ ਜ਼ੁਬਾਨ ਸਾਡੀ ਪੜ੍ਹਾਈ ਜਾਵੇ, ਲੇਕਿਨ ਪੂਰੀ ਦੁਨੀਆ 'ਚ ਆਟੋਮੈਟਿਕਲੀ ਰਾਈਜ ਹੋ ਰਹੀ ਹੈ। ਅੱਛਾ ਸਫੀ ਜੀ, ਇਹ ਗੱਲ ਦੱਸੋ ਕਿ ਵੈਸੇ ਤਾਂ ਸਾਰੇ ਸ਼ਾਇਰੀ ਮੁਹੱਬਤ ਬਾਰੇ ਲਿਖਦੇ ਨੇ ਔਰ ਮੇਰਾ ਖਿਆਲ ਹੈ ਕਿ ਮੁਹੱਬਤ ਕਰਨ ਵਾਲੇ ਹੀ ਹੁੰਦੇ ਸ਼ਾਇਰ, ਧਰਤੀ ਨਾਲ ਹੋਣ ਜਾਂ ਇਨਸਾਨਾਂ ਨਾਲ ਹੋਣ, ਉਹਨਾਂ ਦਾ ਇੱਕ ਜਿਹੜਾ ਸ਼ਾਇਰੀ ਦੇ ਵਿੱਚ ਥਾਟ ਨਜ਼ਰ ਆਉਂਦਾ ਉਹ ਮੁਹੱਬਤ ਦਾ ਪਹਿਲੂ ਤਾਂ ਜ਼ਰੂਰ ਹੁੰਦਾ, ਲੇਕਿਨ ਤੁਹਾਨੂੰ ਕਿਉਂ ਖਾਸ ਜਿਹੜਾ ਉਹ ਰੋਮਾਂਟਿਕ, ਜੋ ਮੈਂ ਅਕਸਰ ਮੁਸ਼ਾਇਰਿਆਂ ਵਿੱਚ ਵੀ ਦੇਖਣਾ ਵਾ ਜਾਂ ਜਾਵਾਂ ਕਿਤੇ ਤੇ ਉਹ ਸਫੀ ਨੂੰ ਆਵਾਜ਼ ਮਾਰਦੇ ਨੇ, ਸਫੀ ਜੀ ਰੋਮਾਂਟਿਕ ਪੋਇਟ ਜਿਹੜੇ ਨੇ ਉਹ ਤੁਹਾਨੂੰ ਅੱਜ ਸ਼ਾਇਰੀ ਸੁਣਾਉਣਗੇ, ਖਾਸ ਲੇਬਲ ਤੁਹਾਨੂੰ ਕਿਸ ਤਰ੍ਹਾਂ ਲੱਗ ਗਿਆ? ਹਾਲਾਂਕਿ ਸਾਰੇ ਸ਼ਾਇਰੀ ਮੁਹੱਬਤ ਦੀ ਗੱਲ ਕਰਦੇ ਨੇ, ਅਮਨ ਦੀ ਗੱਲ ਕਰਦੇ ਨੇ, ਸਕੂਨ ਦੀ, ਪਿਆਰ ਦੀ, ਲੋਕਾਂ ਦੇ ਨਾਲ, ਲੇਕਿਨ ਤੁਹਾਨੂੰ ਇਹ ਜਿਹੜਾ ਹੈ ਉਹ ਖਾਸ ਨਾਮ ਕਿਸ ਤਰ੍ਹਾਂ? ਉਹ ਮੇਰਾ ਜਿਹੜਾ ਮੈਂ ਹੁਣੇ ਤੁਹਾਨੂੰ ਸ਼ੇਰ ਸੁਣਾਇਆ ਨਾ, ਪੂਰਾ ਦਿਨ ਮੈਂ ਹੱਸਿਆ ਨਹੀਂ ਸੀ, ਫੇਰ ਨਾ ਅੱਖੀਂ ਦੱਸਿਆ ਨਹੀਂ ਸੀ। ਇਸ ਗਜ਼ਲ ਦਾ ਮਕਤਾ ਹੈ ਕਿ ਇਸ਼ਕ ਸਵਾਰੀ ਕੁਦਰਤ ਦਿੱਤੀ, ਇਸ਼ਕ ਸਵਾਰੀ ਕੁਦਰਤ ਦਿੱਤੀ, ਮੈਂ ਘੋੜਾ ਕੱਸਿਆ ਨਹੀਂ ਸੀ। ਹਾਂ, ਮੇਰੀ ਤੇ ਕੋਈ ਪਲੈਨਿੰਗ ਨਹੀਂ ਸੀ ਨਾ ਕਿ ਮੈਨੂੰ ਮੇਰੇ ਤੇ ਮੁਹੱਬਤ ਦਾ ਸ਼ਾਇਰ ਹੋਣ ਤੇ, ਰੋਮਾਨਵੀ ਪੋਇਟ ਹੋਣ ਤੇ, ਰੋਮਾਂਟਿਕ ਪੋਇਟ ਹੋਣ ਦਾ ਮੇਰੇ ਤੇ ਕੋਈ ਇਸ ਤਰ੍ਹਾਂ ਦਾ ਲੇਬਲ ਲੱਗੇ। ਇੱਥੇ ਜਦੋਂ ਆਮ ਪਬਲਿਕ ਨੇ ਮੈਨੂੰ ਸੁਣਿਆ, ਮੇਰੇ ਸ਼ੇਰ ਸੁਣੇ ਆ, ਮੇਰੇ ਸ਼ੇਰ ਜਦੋਂ ਵਾਇਰਲ ਹੋਏ ਆ, ਮੇਰੀਆਂ ਗਜ਼ਲਾਂ, ਮੇਰੀਆਂ ਨਜ਼ਮਾਂ, ਮੇਰੀਆਂ ਬੋਲੀਆਂ, ਤੇ ਫਿਰ ਦੋਸਤਾਂ ਨੇ ਆਪੇ ਹੀ ਮੈਨੂੰ ਨਾਂ ਦਿੱਤਾ। ਜਿਵੇਂ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਕਿਹਾ ਜਾਂਦਾ ਕੋਈ ਬਿਰਹਾ ਦਾ ਸ਼ਾਇਰ ਹੈ, ਕਿਸੇ ਸ਼ਾਇਰ ਤੇ ਇਲਜ਼ਾਮ ਹੁੰਦਾ ਹੈ ਕਿ ਇਹ ਹਿਜਰ ਦਾ ਸ਼ਾਇਰ ਹੈ, ਉਹਦੇ ਤੇ ਲੇਬਲ ਹੁੰਦਾ ਹੈ। ਮੈਨੂੰ ਰੋਮਾਂਸ ਦਾ ਸ਼ਾਇਰ ਕਿਹਾ ਜਾਂਦਾ ਹੈ, ਵਸਲ ਦਾ ਸ਼ਾਇਰ ਕਿਹਾ ਜਾਂਦਾ ਹੈ, ਤੇ ਇਹ ਮੁਹੱਬਤ ਹੈ ਦੋਸਤਾਂ ਦੀ। ਅਦਰਵਾਈਜ਼ ਮੇਰੇ ਸ਼ੇਰਾਂ ਦੇ ਵਿੱਚ ਸਿਰਫ ਰੋਮਾਂਸ ਹੀ ਨਹੀਂ ਹੈਗਾ, ਬੜੇ ਸਾਰੇ ਪ੍ਰੋਗਰੈਸਿਵ ਥਾਟਸ ਵੀ ਹੈਗੇ। ਮੇਰਾ ਨਜ਼ਰੀਆ ਹੈ ਇੱਕ ਪ੍ਰੋਗਰੈਸਿਵ ਨਜ਼ਰੀਆ ਹੈ ਮੇਰਾ ਇੱਕ, ਔਰ ਮੇਰਾ ਇਸ ਹਵਾਲੇ ਨਾਲ ਵਰਕ ਵੀ ਹੈ, ਸਿਆਸੀ ਸਤਹ ਤੇ ਵੀ ਮੇਰਾ ਥੋੜਾ ਬਹੁਤ ਹਿੱਸਾ ਰਿਹਾ ਹੈ ਬਚਪਨ ਤੋਂ ਲੈ ਕੇ। ਲੇਕਿਨ ਮੇਨ ਤੁਹਾਡੇ ਤੇ ਜਿਹੜਾ ਉਹ ਲੇਬਲ ਹੈ ਉਹ ਇਹ ਲੱਗਾ ਨਾ ਪ੍ਰੋਗਰੈਸਿਵ ਪੋਇਟ ਤੇ ਤੁਸੀਂ ਹੋ ਹੀ ਹੋ, ਇਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਉਹ ਸ਼ਾਮਿਲ ਵੀ ਨੇ, ਲੇਕਿਨ ਮੇਨ ਤੁਹਾਨੂੰ ਜਦੋਂ ਆਵਾਜ਼ ਦਿੱਤੀ ਜਾਂਦੀ ਜਾਂ ਬੁਲਾਇਆ ਜਾਂਦਾ, ਜਦੋਂ ਮੈਂ ਵੀ ਸੁਣਿਆ ਕੁਝ ਮੁਸ਼ਾਇਰਿਆਂ ਦੇ ਵਿੱਚ, ਤੇ ਉਹ ਖਾਸ ਨਾਮ ਜਿਹੜਾ ਨਾ ਉਹ ਦਿੱਤਾ ਜਾਂਦਾ, ਮੁਹੱਬਤ ਦਾ ਸ਼ਾਇਰ ਕਿਹਾ ਜਾਂਦਾ ਹੈ। ਮੈਨੂੰ ਚੰਗਾ ਲੱਗਦਾ ਹੈ, ਮੈਂ ਪ੍ਰਾਊਡ ਕਰਨਾ ਇਸ ਤੇ, ਔਰ ਮੈਂ ਬਹੁਤ ਖੁਸ਼ ਹੁਣਾ ਕਿ ਚਲੋ ਮੇਰੇ ਤੇ ਵੇਖੋ ਨਾ ਕੁਛ ਸ਼ਾਇਰ ਹੈਗੇ ਆ ਦੁਨੀਆ ਤੇ ਜਿਹੜੇ ਵਿਚਾਰੇ ਸਿਰਫ ਇੱਕ ਮਿਸਰੇ ਤੇ ਉਹਨਾਂ ਨੂੰ ਉਹ ਜ਼ਿੰਦਾ ਹੈਗੇ, ਵੱਡੇ ਸ਼ਾਇਰ ਉਹਨਾਂ ਨੂੰ ਕਿਹਾ ਜਾਂਦਾ ਹੈ। ਔਰ ਕੁਝ ਐਸੇ ਸ਼ਾਇਰ ਆ, ਬਲਕਿ ਮੈਂ ਕਦੀ ਕਦੀ ਸੋਚਣਾ ਹੁੰਦਾ ਕਿ ਤੁਸੀਂ ਉਰਦੂ ਸ਼ਾਇਰੀ ਵੇਖ ਲਓ, ਗਾਲਬ ਤੋਂ ਸ਼ੁਰੂ ਹੋ ਜਾਓ, ਮਿਰਜ਼ਾ ਗਾਲਬ ਤੋਂ ਅੱਜ ਤੱਕ ਆ ਜਾਓ, ਤੇ ਚੰਦ ਨਾਮ ਬਚੇ ਹੈ ਨਾ। ਹਰ ਦੌਰ ਵਿੱਚ ਲੱਖਾਂ ਸ਼ਾਇਰ ਰਹੇ, ਹਜ਼ਾਰਾਂ ਦੀ ਤਾਦਾਦ ਸ਼ਾਇਰ ਰਹੇ, ਅੱਜ ਦੇ ਦੌਰ ਵਿੱਚ ਵੀ ਹਜ਼ਾਰਾਂ ਸ਼ਾਇਰ ਆ, ਹਜ਼ਾਰਾਂ ਉਰਦੂ ਦੇ ਸ਼ਾਇਰ ਆ, ਹਜ਼ਾਰਾਂ ਪੰਜਾਬੀ ਦੇ ਸ਼ਾਇਰ ਆ। ਬਾਬਾ ਜੀ ਵੱਡੇ ਫਰੀਦ ਤੋਂ ਸ਼ੁਰੂ ਹੋ ਜਾਓ ਤੇ ਹੁਣ ਤੱਕ ਆ ਜਾਓ, ਪੰਜਾਬੀ ਸ਼ਾਇਰਾਂ 'ਚ ਵੀ ਚੰਦ ਨਾਮ ਬਚੇ, ਹਰ ਦੌਰ 'ਚ ਸ਼ਾਇਰ ਹੈ। ਤੇ ਜੇ ਮੈਨੂੰ ਕੋਈ ਨਾਂ ਲੱਭਾ ਹੈ ਤੇ ਜੇ ਮੈਂ ਬਚ ਜਾਵਾਂਗਾ, ਜੇ ਮੇਰਾ ਕੋਈ ਸ਼ੇਰ, ਕੋਈ ਮਿਸਰਾ ਦੁਨੀਆ 'ਤੇ ਰਹਿ ਜਾਏਗਾ, ਤੇ ਮੈਂ ਸਮਝਣਾ ਕਿ ਇਸ ਤੋਂ ਵੱਡੀ ਖੁਸ਼ਬਖਤੀ ਹੋਰ ਹੈ ਹੀ ਕੋਈ ਨਹੀਂ। ਤੇ ਬਹੁਤ ਅੱਛੇ ਸਰਫਰਾਜ਼ ਜੀ, ਮੈਂ ਚਾਹੁੰਦਾ ਕਿ ਤੁਸੀਂ ਸਾਨੂੰ ਆਪਣੀ ਨਜ਼ਮ ਵੀ ਨਵੀਂ ਆਉਣ ਵਾਲੀ ਕਿਤਾਬ ਦੇ ਵਿੱਚੋਂ ਸੁਣਾਓ। ਨਜ਼ਮ, ਹਾਂ ਨਜ਼ਮ ਮੈਂ ਤੁਹਾਨੂੰ ਸੁਣਾਉਣਾ। ਨਜ਼ਮ ਦੇ ਇੱਕ ਦੋ ਨਜ਼ਮਾਂ ਦਾ ਥੋੜਾ ਹਿੱਸਾ ਜ਼ਰੂਰ। ਮੇਰੀ ਕਿਤਾਬ ਦਾ ਨਾਂ ਹੈ ਨਾ ਮਿੱਠਾ ਪਾਣੀ, 76 ਤੋਂ ਬਾਅਦ ਜਿਹੜੀ ਨਜ਼ਮਾਂ ਦੀ ਛਪ ਰਹੀ ਹੈ, ਤੇ ਉਹ ਨਜ਼ਮ ਹੈ ਕੀ ਜ਼ਿਕਰ ਕਰਾਂ ਮੈਂ ਹਾਣੀ ਦਾ, ਕੀ ਜ਼ਿਕਰ ਕਰਾਂ ਮੈਂ ਹਾਣੀ ਦਾ, ਉਹ ਚਸ਼ਮਾ ਮਿੱਠੇ ਪਾਣੀ ਦਾ। ਵਾਹ ਵਾਹ ਵਾਹ। ਉਹਦੀ ਪੋਰ ਪੋਰ ਵਿੱਚ ਚਾਨਣ ਏ, ਵਾਹ। ਚੇਤਰ ਤੇ ਚੰਨ ਤੋਂ ਵੱਧ ਕੋਈ, ਚੇਤਰ ਵੀ ਸ਼ਾਮਿਲ ਹੈ। ਉਹਦੀ ਪੋਰ ਪੋਰ ਵਿੱਚ ਚਾਨਣ ਏ, ਚੇਤਰ ਤੇ ਚੰਨ ਤੋਂ ਵੱਧ ਕੋਈ। ਵਾਹ। ਉਹਦੇ ਲੂ ਲੂ ਦੇ ਵਿੱਚ ਜੋਬਨ ਏ, ਵਾਹ। ਮਾਸ਼ੂਕ ਬਦਨ ਤੋਂ ਵੱਧ ਕੋਈ। ਵਾਹ। ਉਹ ਹੀਰ ਏ ਦਿਲ ਦੇ ਬੇਲੇ ਦੀ। ਵਾਹ ਵਾਹ ਵਾਹ। ਉਹ ਵੰਝਲੀ ਸੁਰ ਦੇ ਮੇਲੇ ਦੀ। ਵਾਹ। ਉਹ ਗੀਤ ਪ੍ਰੇਮ ਕਹਾਣੀ ਦਾ। ਵਾਹ। ਉਹ ਚਸ਼ਮਾ ਮਿੱਠੇ ਪਾਣੀ ਦਾ। ਵਾਹ ਵਾਹ ਵਾਹ, ਕੀ ਬਾਤ ਹੈ, ਕੀ ਬਾਤ ਹੈ। ਉਹ ਚੇਤ ਵਿਸਾਖ ਦੀ ਧੁੱਪ ਵਰਗੀ, ਸਰਗੀ ਤੋਂ ਪਹਿਲੀ ਚੁੱਪ ਵਰਗੀ। ਸਰਗੀ ਤੋਂ ਪਹਿਲੋਂ ਚੁੱਪ ਵਰਗੀ। ਸਰਗੀ ਤੋਂ ਪਹਿਲੀ ਚੁੱਪ। ਜਦੋਂ ਉਹ ਸਮਾਂ ਜਦੋਂ ਸਰਗੀ ਹੁੰਦੀ ਹੈ, ਰਾਤ ਦਾ ਉਹ ਸਮਾਂ, ਉਸ ਤੋਂ ਪਹਿਲੇ ਜਿਹੜਾ ਸੰਨਾਟਾ ਹੁੰਦਾ ਹੈ, ਖਾਮੋਸ਼ੀ, ਉਹ ਜਿਹੜੀ ਖਾਮੋਸ਼ੀ ਹੁੰਦੀ ਹੈ, ਉਹ ਚੇਤ ਵਿਸਾਖ ਦੀ ਧੁੱਪ ਵਰਗੀ, ਸਰਗੀ ਤੋਂ ਪਹਿਲੀ ਚੁੱਪ ਵਰਗੀ। ਉਹ ਸੁਰਖ ਲਬਾਂ ਦੀ ਲਾਲੀ ਜਈ, ਉਹ ਜੋਗਨ ਜਈ ਮਤਵਾਲੀ ਜਈ।
ਉਹ ਸੁਫਨੇ ਵਾਂਗ ਖਿਆਲੀ ਜਈ ਵਾਹ ਤੇ ਹੂਰਾਂ ਵਾਂਗ ਨਿਰਾਲੀ ਜਈ, ਕੀ ਬਾਤ ਹੈ, ਦਿਲ ਆਸ਼ਿਕੇ ਮਰ ਜਾਣੀ ਦਾ ਉਹ ਚਸ਼ਮਾ ਮਿੱਠੇ ਪਾਣੀ ਦਾ। ਕੀ ਬਾਤ ਹੈ, ਕੀ ਔਰ ਬਾਤ ਹੈ, ਫਿਰ ਉਹ ਮੇਰੀ ਬੜੀ ਪਪੂਲਰ ਹੈ ਇੱਕ ਨਿੱਕੀ ਜੀ ਨਜ਼ਮ, ਦੁਖੀ ਵੀ ਕਰ ਦਿੰਦੀ ਹੈ ਥੋੜਾ ਜਿਹਾ, ਜੀ ਜੀ ਕਿ ਕੱਚੀ ਸੀ ਕਚਨਾਰਾਂ ਵਰਗੀ, ਰੱਤੀ ਸੁਰਖ ਅਨਾਰਾਂ ਵਰਗੀ, ਏਡਾ ਵੱਡਾ ਕੰਮ ਉਹ ਕਰ ਗਈ, ਮੇਰੇ ਵਰਗੇ ਸ਼ਾਇਰ ਪਿੱਛੇ ਆਪਣੇ ਪਿਓ ਦੇ ਹੱਥੋਂ ਮਰ ਗਈ। ਜ਼ਬਰਦਸਤ ਹਾਂ ਉਹ ਬਸ ਅੱਛਾ ਸਰਫਰਾਜ਼ ਜੀ, ਤੁਸੀਂ ਆਪਣੀ ਕਿਤਾਬ ਜਿਹੜੀ ਹੈ ਆਪਣੀ ਬੇਗਮ ਸਾਹਿਬਾ ਦੇ ਨਾਮ ਜਿਹੜਾ ਇੰਤਖਾਬ ਕੀਤਾ ਹੈ, ਇਹ ਡਰਦੇ ਡਰਦੇ ਕੀਤਾ ਹੈ ਜਾਂ ਮੇਰੇ ਬੱਚੇ ਮੇਰੇ ਬੇਟੇ ਰਾਣਾ ਮੋਹਿਬ ਸਰਫਰਾਜ਼, ਰਾਣਾ ਅਸਫਰ ਸਰਫਰਾਜ਼ ਔਰ ਮੇਰੇ ਆਸ਼ੂ ਦੇ ਨਾਂ ਡਰਦੇ ਨਹੀਂ, ਮੈਂ ਡਰਦਾ ਤੇ ਤੁਹਾਨੂੰ ਪਤਾ ਕਿ ਮੈਂ ਕਿਸੇ ਨੂੰ ਨਹੀਂ ਡਰਦਾ ਸਿਵਾਏ ਰੱਬ ਤੋਂ, ਮੇਰੀ ਖਲੜੀ 'ਚ ਉਹ ਡਰ ਹੈ ਹੀ ਨਹੀਂ, ਬਲਕਿ ਬਦਨਾਮ ਹੈ ਇਸ ਹਵਾਲੇ ਨਾਲ ਕਿ ਲੜਾਕਾ ਹੈ, ਅਥਰਾ ਹੈ, ਬੜਾ ਕੌੜਾ ਹੈ। ਔਰ ਕਈ ਦੋਸਤ ਮੈਨੂੰ ਕਹਿੰਦੇ ਹੁੰਦੇ ਆ ਕਿ ਤੂੰ ਇੰਨਾ ਲੜਾਕਾ ਹੈ, ਇੰਨਾ ਅਥਰਾ ਹੈ। ਉਹ ਇੱਕ ਲਤੀਫਾ ਵੀ ਬਣਿਆ ਹੈ ਨਾ ਕਿ ਲੋਕ ਕਮਾਈ ਲਈ ਘਰੋਂ ਨਿਕਲਦੇ ਆ, ਸਭੀ ਲੜਾਈ ਲੜਾਈ ਨਹੀਂ ਕਰੋ। ਬਾਸ ਲੋਕ ਮੈਂ ਵੀ ਦੇਖਿਆ ਕਿ ਲੋਕ ਕਹਿੰਦੇ ਨੇ, ਚੂੰਕਿ ਮੈਂ ਵੀ ਉੱਠਣਾ ਬੈਠਣਾ ਤੇ ਉਹ ਕਹਿੰਦੇ ਨੇ ਕਿ ਗੱਲ ਤੇ ਮੁਹੱਬਤ ਹੀ ਕਰਦਾ ਤੇ ਲੜਾਈ ਜ਼ਿਆਦਾ ਕਰਦਾ। ਲੇਕਿਨ ਦੱਸਾਂ ਕਿ ਉਹ ਤੁਹਾਡੀ ਰਾਈਟਿੰਗ ਦੇ ਵਿੱਚ ਵੀ, ਕਾਲਮਸ ਦੇ ਵਿੱਚ ਵੀ ਉਹ ਚੀਜ਼ ਨਜ਼ਰ ਆਉਂਦੀ। ਲੇਕਿਨ ਸ਼ਾਇਰੀ ਤੁਸੀਂ, ਮੇਰਾ ਕੁਐਸਚਨ ਵੀ ਐਸੀ ਕਿ ਸ਼ਾਇਰੀ ਤੁਸੀਂ ਮੁਹੱਬਤ ਦਾ ਪੈਗਾਮ, ਲੇਕਿਨ ਲੜਾਈ ਵਿੱਚ ਜਿਹੜੀ ਉਹ ਲੋਕਾਂ ਦੇ ਨਾਲ ਥੋੜਾ ਜਿਹਾ ਤੁਸੀਂ ਹੋ ਜਾਂਦੇ ਹੋ, ਇਹਦੀ ਕੀ ਵਜ੍ਹਾ ਹੈ? ਮੈਂ ਤੈਨੂੰ ਦੱਸਣਾ ਵਜ੍ਹਾ ਇਸ ਦੀ ਇਹ ਆ ਕਿ ਮੁਨਾਫਕਤ ਨਹੀਂ ਵੇਖੀ ਜਾਂਦੀ, ਝੂਠ ਨਹੀਂ ਸੁਣਿਆ ਜਾਂਦਾ, ਚਾਪਲੂਸੀ ਕਰਨ ਵਾਲੇ ਲੋਕ ਨਹੀਂ ਪਸੰਦ, ਹੇਰਾ ਫੇਰੀ ਫਰਾਡ ਕਰਨ ਵਾਲੇ ਲੋਕ ਨਹੀਂ ਪਸੰਦ। ਇਹੀ ਮੇਰੀ ਲੜਾਈ ਹੈ ਕਿ ਮੇਰੇ ਕੋਲੋਂ ਨਹੀਂ ਬਰਦਾਸ਼ਤ ਹੁੰਦਾ। ਔਰ ਫਿਰ ਕੁਝ ਲੋਕ ਆਪਣੇ ਅੰਦਰ ਹਜ਼ਮ ਕਰ ਲੈਂਦੇ ਨਾ ਚੀਜ਼ਾਂ ਨੂੰ, ਮੈਂ ਫਿਰ ਮੂੰਹ ਤੇ ਕਹਿ ਦੇਣਾ, ਮੈਂ ਫਿਰ ਲੜ ਪੈਣਾ। ਸਿੱਧੀ ਗੱਲ ਆ, ਕਿਸੇ ਨੂੰ ਅੱਛਾ ਲੱਗੇ ਕਿਸੇ ਨੂੰ ਨਾ ਅੱਛਾ ਲੱਗੇ, ਬਸ ਮੇਰਾ ਇਹ ਰਵੱਈਆ ਹੈ। ਔਰ ਕੁਝ ਲੋਕ ਕਹਿੰਦੇ ਨਾ ਕਿ ਕੌੜਾ ਬੰਦਾ ਅੰਦਰ ਦਾ ਸਾਫ਼ ਹੁੰਦਾ ਹੈ, ਮੇਰੇ ਅੰਦਰ ਵੀ ਪਤਾ ਨਹੀਂ ਕਿੰਨੀਆਂ ਬਦਬਲਾਵਾਂ ਹੋਣਗੀਆਂ, ਲੇਕਿਨ ਮੇਰੇ ਮੂੰਹ ਤੇ ਆ ਜਾਂਦਾ ਹੈ ਬਿਲਕੁਲ ਹੀ ਸੱਚ ਜਿਹੜਾ ਹੈ ਨਾ, ਔਰ ਮੂੰਹ ਤੇ ਕਹਿ ਦੇਣਾ ਮੈਂ ਬਸ। ਇਸ ਲਈ ਕਿ ਮੈਂ ਸੋਚਦਾ ਹੁੰਦਾ ਕਿ ਅਗਰ ਮੈਂ ਸ਼ੇਰ ਦੇ ਵਿੱਚ ਸੱਚੀ ਗੱਲ ਕਰਨਾ ਤੇ ਮੈਂ ਆਪਣੇ ਅਮਲ ਦੇ ਵਿੱਚ ਪ੍ਰੈਕਟੀਕਲੀ ਝੂਠ ਨੂੰ ਬਰਦਾਸ਼ਤ ਕਰੀ ਜਾਵਾਂ। ਜਿੱਥੇ ਮੁਹੱਬਤ ਨਹੀਂ ਹੈ ਉੱਥੇ ਚੁੱਪ ਕਰ ਜਾਵਾਂ, ਉੱਥੇ ਲੜਨਾ ਮੇਰਾ ਫਰਜ਼ ਬਣ ਜਾਂਦਾ ਹੈ। ਅੱਛਾ, ਫਿਰ ਉਹ ਇਸ ਹਵਾਲੇ ਨਾਲ ਅਦਬੀ ਮਹਿਫਲਾਂ 'ਚ, ਅਦਬੀ ਹਲਕਿਆਂ 'ਚ, ਇੱਧਰ ਉੱਧਰ ਸੁਸਾਇਟੀ 'ਚ ਮੈਂ ਬਦਨਾਮ ਹਾਂ ਕਿ ਸਫੀ ਬਹੁਤ ਲੜਾਕਾ ਹੈ, ਪਤਾ ਨਹੀਂ ਕਿਹੜੇ ਵੇਲੇ ਕੀ ਕਹਿ ਦੇਵੇ। ਲੇਕਿਨ ਚਾਂਦ ਸ਼ਕੀਲ ਜੀ, ਤੁਸੀਂ ਜਾਣਦੇ ਹੋ ਨਾ ਕਦੋਂ ਦਾ ਤੁਹਾਨੂੰ ਆਪਣੇ ਛੋਟੇ ਭਰਾ ਦੀ ਤਰ੍ਹਾਂ ਜਦੋਂ ਵੀ ਮੁਲਾਕਾਤ ਹੋਈ ਹੈ, ਕਦੀ ਵੀ ਦੋਸਤਾਂ ਦੇ ਵਿੱਚ ਕਦੀ ਵੀ ਐਸਾ ਨਹੀਂ ਹੋਇਆ ਮੈਂ ਕਿਸੇ ਨਾਲ ਬਿਲਾ ਵਜ੍ਹਾ ਲੜਿਆ ਹੋਵਾਂ। ਲੇਕਿਨ ਗੈਰ ਅਸੂਲੀ ਮਾਮਲਾ ਜਿਹੜਾ ਨਾ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ, ਫਿਰ ਮੈਂ ਮੂੰਹ ਫਾਟਾ ਮੈਂ ਕਹਿ ਦੇਣਾ। ਅੱਛਾ ਸਰਫਰਾਜ਼ ਜੀ, ਜਾਂਦੇ ਜਾਂਦੇ ਸਾਨੂੰ ਇੱਕ ਦੋ ਬੋਲੀਆਂ, ਕਿਉਂਕਿ ਸਾਡੇ ਕੋਲ ਟਾਈਮ ਥੋੜਾ ਹੈ, ਤੇ ਦੋ ਬੋਲੀਆਂ। ਅੱਛਾ, ਮੇਰਾ ਦਿਲ ਕਰਦਾ ਸੀ ਮੈਂ ਤੁਹਾਨੂੰ ਨਾ ਇੱਕ ਗਜ਼ਲ ਦੇ ਸ਼ੇਰ ਸੁਣਾਵਾਂ, ਲੇਕਿਨ ਚਲੋ ਮੈਂ ਬੋਲ ਟਾਈਮ ਥੋੜਾ ਜਿਹਾ ਉਸ ਚੀਜ਼ ਨੂੰ ਦੋ ਹੋ ਜਾਏ ਨਾ। ਉਹਨੇ ਬੁੱਲੀਆਂ ਗੁਲਾਬ ਉੱਤੇ ਰੱਖੀਆਂ, ਤੇ ਤਿਤਲੀ ਦੇ ਪਰ ਬਣ ਗਏ। ਵਾਹ 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 ਸਰਫਰਾਜ਼ ਜੀ, ਦੁਬਾਰਾ। ਉਹਨੇ ਬੁੱਲੀਆਂ ਗੁਲਾਬ ਉੱਤੇ ਰੱਖੀਆਂ, ਵਾਹ, ਤੇ ਤਿਤਲੀ ਦੇ ਪਰ ਬਣ ਗਏ। ਕੀ ਬਾਤ। ਐਵੇਂ ਲੈ ਕੇ ਨਾ ਉਹ ਬਾਜਰੇ ਦੇ ਸਿੱਟਿਆ, ਐਵੇਂ ਲੈ ਕੇ ਨਾ ਉਹ ਬਾਜਰੇ ਦੇ ਸਿੱਟਿਆ, ਹਵਾ ਨਾਲ ਬਾਜਰੇ ਦੇ ਸਿੱਟੇ ਇਸ ਤਰ੍ਹਾਂ ਫਸਲਾਂ ਲਹਿਰਾਉਂਦੀਆਂ ਨਾ, ਐਵੇਂ ਲੈ ਕੇ ਨਾ ਉਹ ਬਾਜਰੇ ਦੇ ਸਿੱਟਿਆ, ਤੂੰ ਚਿੜੀਆਂ ਨੂੰ ਨਹੀਂ ਜਾਣਦਾ। ਵਾਹ 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 ਵਾਹ, ਉਹ ਤੇ ਖਾ ਜਾਂਦੀਆਂ ਨਾ ਜੋ ਮਰਜ਼ੀ ਹੋਵੇ ਜਾਂ ਕਿਸ ਤਰ੍ਹਾਂ ਵੀ। ਐਵੇਂ ਲੈ ਕੇ ਨਾ ਉਹ ਬਾਜਰੇ ਦੇ ਸਿੱਟਿਆ, ਤੂੰ ਚਿੜੀਆਂ ਨੂੰ ਨਹੀਂ ਜਾਣਦਾ। ਵਾਹ ਵਾਹ, ਬਹੁਤ। ਔਰ ਅੱਜ ਖਿੜੀ ਨਾ ਨਹੀਂ ਰਾਤ ਦੀ ਰਾਣੀਏ, ਸੱਜਣਾ ਨੇ ਨਹੀਂ ਆਉਣਾ। ਹਾਏ, ਅੱਜ ਖਿੜੀ ਨਾ ਨਹੀਂ ਰਾਤ ਦੀ ਰਾਣੀਏ, ਸੱਜਣਾ ਨੇ ਨਹੀਂ ਆਉਣਾ। ਪਰਾਂ ਹਟ ਕੇ ਖਲੋ ਨਹੀਂ ਫੁੱਲ ਝੜੀਏ, ਮੈਂ ਭੱਖ ਜਾਣਾ ਅੱਗ ਵੇਖ ਕੇ। ਪਰਾਂ ਹਟ ਕੇ ਖਲੋ ਫੁੱਲ ਝੜੀਏ, ਮੈਂ ਭੱਖ ਜਾਣਾ ਅੱਗ ਵੇਖ ਕੇ। ਔਰ ਬੱਤੀ ਬਾਲਦੀ
ਬੁਝਾ ਦੇ ਚੰਨ ਮੱਖਣਾ, ਮੁਖੜੇ ਦੀ ਲੋ ਰਹਿਣ ਦੇ। ਵਾਹ 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 ਵਾਹ। ਬੱਤੀ ਬਲਦੀ ਬੁਝਾ ਦੇ ਚੰਨ ਮੱਖਣਾ, ਮੁਖੜੇ ਦੀ ਲੋ ਰਹਿਣ ਦੇ। ਵਾਹ। ਔਰ ਤੇਰੀ ਬੁੱਲੀਆਂ ਦਾ ਸੇਕ ਬਥੇਰਾ, ਹੀਟਰਾਂ ਦੀ ਲੋੜ ਕੋਈ ਨਾ। ਤੇਰੀ ਬੁੱਲੀਆਂ ਦਾ ਸੇਕ ਬਥੇਰਾ, ਹੀਟਰਾਂ ਦੀ ਲੋੜ ਕੋਈ ਨਾ। ਔਰ ਜਿੱਥੇ ਵੱਢ ਕੇ ਕਿਸੇ ਨੇ ਮੈਨੂੰ ਦੱਬਿਆ, ਵਾਹ ਮੈਂ ਉੱਥੋਂ ਫੇਰ ਜੜ ਫੜ ਲਈ। ਵਾਹ ਵਾਹ। ਟਹਿਣੀ ਵੱਢ ਕੇ ਸੁੱਟਿਆ ਸੀ, ਆ ਗਿਆ ਫਿਰ ਮੈਂ ਟਹਿਣੀ ਵਿੱਚ। ਵਾਹ। ਜਿੱਥੇ ਵੱਢ ਕੇ ਕਿਸੇ ਨੇ ਮੈਨੂੰ ਦੱਬਿਆ, ਮੈਂ ਉੱਥੋਂ ਫੇਰ ਜੜ ਫੜ ਲਈ। ਵਾਹ। ਔਰ ਉਹਨੇ ਕੰਨ ਦੇ ਨੇੜੇ ਆ ਕੇ ਹਾਂ। ਨਿੰਮਾ ਜੀਨਾ ਯਸ ਬੋਲਿਆ। ਉਹਨੇ ਕੰਨ ਦੇ ਨੇੜੇ ਆ ਕੇ ਨਿੰਮਾ ਜੀਨਾ ਯਸ ਬੋਲਿਆ। ਔਰ ਕੁੜੀ ਕੱਢ ਕੇ ਕਾਲਜਾ ਲੈ ਗਈ ਤੇ ਜਾਂਦੀ ਜਾਂਦੀ ਸੌਰੀ ਆਖ ਗਈ। ਵਾਹ 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 ਵਾਹ। ਕੁੜੀ ਕੱਢ ਕੇ ਕਾਲਜਾ ਲੈ ਗਈ ਤੇ ਜਾਂਦੀ ਜਾਂਦੀ ਸੌਰੀ ਆਖ ਗਈ। ਔਰ ਤੇਰੇ ਰੰਗ ਦੀ ਕਮੀਜ਼ ਸਵਾਣੀ, ਅੱਛਾ ਨੀ ਬੋਸਕੀ ਦੇ ਰੰਗ ਵਾਲੀ। ਹਾਏ ਕੀ ਬਾਤ ਹੈ। ਤੇਰੇ ਰੰਗ ਦੀ ਕਮੀਜ਼ ਸਵਾਣੀ, ਨੀ ਬੋਸਕੀ ਦੇ ਰੰਗ ਵਾਲੀਏ। ਬੋਸਕੀ ਤੋਂ ਹੀ ਬੋਲੀ ਯਾਦ ਆਈ ਕਿ ਪਿੰਡਾ ਬੋਸਕੀ ਤੇ ਰਸਲੀਆਂ ਬੁੱਲੀਆਂ। ਹਾਂ। ਕੀ ਨੇ ਖੁਰਾਕਾਂ ਤੇਰੀਆਂ? ਪਿੰਡਾ ਬੋਸਕੀ ਤੇ ਰਸਲੀਆਂ ਬੁੱਲੀਆਂ। ਵਾਹ। ਕੀ ਨੇ ਖੁਰਾਕਾਂ ਤੇਰੀਆਂ? ਔਰ ਇਸ ਹਵਾਲੇ ਨਾਲ ਮੇਰੇ ਕੁਝ ਗਜ਼ਲ ਦੇ ਵੀ ਸ਼ੇਰ ਹੈਗੇ ਆ। ਜੀ ਜੀ। ਜੇ ਟਾਈਮ ਥੋੜਾ ਜਿਹਾ ਬਚਿਆ ਹੋਵੇ। ਜੀ ਜੀ। ਇੱਕ ਗਜ਼ਲ ਹੈ, ਉਸ ਦੇ ਮੈਂ ਚਾਹਾਂਗਾ ਦੋ ਚਾਰ ਸ਼ੇਰ ਜਿਹੜੇ ਆ ਤੁਹਾਡੇ ਦੋਸਤ ਜਿਹੜੇ ਆ ਉਰਦੂ ਪੁਆਇੰਟ ਨੂੰ ਵੇਖਣ ਵਾਲੇ ਸਾਰੇ ਉਹਨਾਂ ਤੱਕ ਪਹੁੰਚਣ। ਸੱਪ ਸਪੋਲਾ ਕੀ ਹੁੰਦਾ ਹੈ? ਹਾਂ। ਸੱਪ ਸਪੋਲਾ ਕੀ ਹੁੰਦਾ ਹੈ? ਬੀਨ ਨਿਓਲਾ ਕੀ ਹੁੰਦਾ ਹੈ? ਦਿਲ ਨੂੰ ਢਾਵਣ ਵਾਲਿਆ ਦੱਸੀ। ਹਾਂ। ਠੱਠਾ ਕੋਲਾ ਕੀ ਹੁੰਦਾ ਹੈ? ਸੋਨਾ ਤੇ ਬਸ ਸੋਨਾ ਹੁੰਦਾ ਹੈ। ਹਾਂ। ਮਾਸਾ ਤੋਲਾ ਕੀ ਹੁੰਦਾ ਹੈ? ਵਾਹ। ਸੋਨਾ ਤੇ ਬਸ ਸੋਨਾ ਹੁੰਦਾ ਹੈ। ਮਾਸਾ ਤੋਲਾ ਕੀ ਹੁੰਦਾ ਹੈ? ਹਾਏ ਹਾਏ। ਤੇਰੀਆਂ ਨਜ਼ਰਾਂ ਦੇ ਵਿੱਚ ਦਿਸਿਆ ਹੈ ਟਾਲ ਮਟੋਲਾ ਕੀ ਹੁੰਦਾ ਹੈ? ਵਾਹ। ਔਰ ਤੇਰੇ ਰੰਗਲੇ ਬੁੱਲਾਂ ਅੱਗੇ ਬਰਫ਼ ਦਾ ਗੋਲਾ ਕੀ ਹੁੰਦਾ ਹੈ? ਵਾਹ ਵਾਹ ਵਾਹ। ਤੇਰੇ ਰੰਗਲੇ ਬੁੱਲਾਂ ਅੱਗੇ ਬਰਫ਼ ਦਾ ਗੋਲਾ ਕੀ ਹੁੰਦਾ ਹੈ? ਔਰ ਤਰਸੀਆਂ ਬੁੱਲੀਆਂ ਪੁੱਛੀ ਜਾਵਣ ਕੋਕਾ ਕੋਲਾ ਕੀ ਹੁੰਦਾ? ਕੋਕਾ ਕੋਲਾ ਕੀ ਹੁੰਦਾ? ਔਰ ਇਸੇ ਤਰ੍ਹਾਂ ਉਹ ਇੱਕ ਮੇਰੀ ਹੋਰ ਗਜ਼ਲ ਦੇ ਸ਼ੇਰ। ਅੱਛਾ, ਕੁਝ ਦੋਸਤ ਕਹਿੰਦੇ ਹੁੰਦੇ ਆ ਕਿ ਯਾਰ ਤੂੰ ਇੰਨਾ ਤਜ਼ਕਰਾ ਕਰਦਾ ਹੈ ਮਤਲਬ ਆਪਣੇ ਮਹਿਬੂਬ ਦਾ, ਆਪਣੇ ਮਹਿਬੂਬ ਦੀ ਪੋਰ ਪੋਰ ਦਾ, ਕਿ ਜਿਸ ਦੀ ਇੰਤਹਾ ਕੋਈ ਨਹੀਂ। ਔਰ ਤੂੰ ਇਹ ਕਿੱਥੋਂ ਬਣਾ ਲੈਣਾ? ਉਹ ਕੱਲ ਪਰਸੋਂ ਇੱਕ ਖਾਤੂਨ, ਇੱਕ ਨਿੱਕਾ ਜਿਹਾ ਮੁਸ਼ਾਰਾ ਸੀ ਤੇ ਮੈਨੂੰ ਕਹਿਣ ਲੱਗੀ ਉਹ ਗਜ਼ਲ ਜ਼ਰੂਰ ਸੁਣਾਈ, ਕੱਚੇ ਪੱਕੇ ਜਾਮਨ ਰੰਗੇ ਬੁੱਲਾਂ ਵਾਲੀ। ਉਹ ਦੋ ਤਿੰਨ ਸ਼ੇਰ। ਮੌਸਮ ਆਇਆ ਬਾਰਿਸ਼ ਵਿੱਚ ਨਹਾਵਣ ਦਾ, ਬਾਗਾਂ ਦੇ ਵਿੱਚ ਉੱਡਣ ਨੱਚਣ ਗਾਵਣ ਦਾ। ਔਰ ਵੇਖੋ ਜਿੱਤ ਮੁਕੱਦਰ ਕਿਸ ਦਾ ਬਣਦੀ ਏ। ਅੱਛਾ। ਜੋੜ ਪਿਆ ਏ ਅੱਖਾਂ ਦਾ ਤੇ ਸਾਵਨ ਦਾ। ਵਾਹ 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 ਵਾਹ। ਵੇਖੋ ਜਿੱਤ ਮੁਕੱਦਰ ਕਿਸ ਦਾ ਬਣਦੀ ਏ। ਜੋੜ ਪਿਆ ਏ ਅੱਖਾਂ ਦਾ ਤੇ ਸਾਵਨ ਦਾ। ਕੱਚੇ ਪੱਕੇ ਜਾਮਨ ਰੰਗੇ ਬੁੱਲਾਂ ਤੇ ਫਾਇਦਾ ਕੀ ਹੈ ਐਵੇਂ ਸੁਰਖੀ ਲਾਵਣ ਦਾ। ਕੱਚੇ ਪੱਕੇ ਜਾਮਨ ਰੰਗੇ ਬੁੱਲਾਂ ਤੇ ਫਾਇਦਾ ਕੀ ਹੈ ਐਵੇਂ ਸੁਰਖੀ ਲਾਵਣ ਦਾ। ਔਰ ਦੋ ਤਿੰਨ ਸ਼ੇਰ ਮੇਰੀ ਪਸੰਦੀਦਾ ਗਜ਼ਲ ਦੇ ਨਾ ਆਖਰੀ, ਮਤਲਬ ਮੈਂ ਚਾਹੁੰਦਾ ਕਿ ਦੋ ਤਿੰਨ ਸ਼ੇਰ ਮੈਨੂੰ ਬਹੁਤ ਪਸੰਦ ਹੈ ਗਜ਼ਲ। ਮੈਂ ਨਿੱਕੇ ਹੁੰਦਿਆਂ ਕਹੀ ਸੀ ਬੜੇ ਸਾਲ ਪਹਿਲੇ। ਜਾਦੂ ਤੇਰੀ ਚਾਲ ਦੇ ਅੰਦਰ, ਜਿਸ ਤਰ੍ਹਾਂ ਸੁਰ ਤੇ ਤਾਲ ਦੇ ਅੰਦਰ, ਉਹ ਸ਼ੋਖੀ ਤੇਰੇ ਵਿੱਚ ਜੋ ਸੀ ਹੀਰ ਸਿਆਲ ਦੇ ਅੰਦਰ। ਚੰਨ ਦਾ ਚਾਨਣ, ਬਾਗ ਦੀ ਖੁਸ਼ਬੂ, ਤੇਰੇ ਹੁਸਨ ਜਮਾਲ ਦੇ ਅੰਦਰ। ਵਾਹ 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 ਵਾਹ। ਮੈਂ ਸੀ, ਉਹ ਸੀ, ਰਾਤ ਖੜੀ ਸੀ, ਚੰਨ ਸੀ ਨੱਚਦਾ ਖਾਲ ਦੇ ਅੰਦਰ। ਵਾਹ 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 ਵਾਹ। ਚੰਨ ਸੀ ਮੈਂ ਸੀ, ਉਹ ਸੀ, ਰਾਤ ਖੜੀ ਸੀ, ਚੰਨ ਸੀ ਨੱਚਦਾ ਖਾਲ ਦੇ ਅੰਦਰ। ਨਿੱਕੀ ਉਮਰੇ ਦਿਲ ਦਿੱਤਾ ਸੀ,
ਰੱਖ ਕੇ ਸੁਰਖ ਰੁਮਾਲ ਦੇ ਅੰਦਰ। ਵਾਹ 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 ਵਾਹ, ਕੀ ਬਾਤ। 14 ਫਰਵਰੀ ਗੁਜ਼ਰਿਆ ਹੈ ਨਾ। ਸੁਰਖ ਰੁਮਾਲ, ਗੁਲਾਬਾਂ ਦਾ, ਸੁਰਖ ਰੁਮਾਲਾਂ ਦਾ। ਨਿੱਕੀ ਉਮਰੇ ਦਿਲ ਦਿੱਤਾ ਸੀ, ਰੱਖ ਕੇ ਸੁਰਖ ਰੁਮਾਲ ਦੇ ਅੰਦਰ। ਫਿਰ ਮੈਂ ਆਪਣੀ ਜਿੰਦ ਰੱਖ ਦਿੱਤੀ ਸ਼ਗਨਾਂ ਵਾਲੇ ਥਾਲ ਦੇ ਅੰਦਰ। ਤੇਰੀ ਫੋਟੋ ਅੱਗੋਂ ਉੱਠ ਕੇ ਰੋਣਾ ਜਾ ਕੇ ਨਾਲ ਦੇ ਅੰਦਰ। ਵਾਹ 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 ਵਾਹ। ਤੇਰੀ ਫੋਟੋ ਅੱਗੋਂ ਉੱਠ ਕੇ ਰੋਣਾ ਜਾ ਕੇ ਨਾਲ ਦੇ ਅੰਦਰ। ਹਿਜਰ ਤੇਰੇ ਨੇ ਖਾਧਾ ਮੈਨੂੰ ਐਵੇਂ ਬਸ 1 ਸਾਲ ਦੇ ਅੰਦਰ। ਵਾਹ ਵਾਹ ਵਾਹ। ਹਿਜਰ ਤੇਰੇ ਨੇ ਖਾਧਾ ਮੈਨੂੰ, ਹਿਜਰ ਤੇਰੇ ਨੇ ਖਾਧਾ ਮੈਨੂੰ ਐਵੇਂ ਬਸ 1 ਸਾਲ ਦੇ ਅੰਦਰ। ਔਰ ਯਾਰ ਸਫੀ ਤੂੰ ਇਸ਼ਕ ਨੂੰ ਛੱਡ ਦੇ, ਨਾ ਪਓ ਇਸ ਜੰਜਾਲ ਦੇ ਅੰਦਰ। ਵਾਹ 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 ਵਾਹ। ਜਾਦੂ ਤੇਰੀ ਚਾਲ ਦੇ ਅੰਦਰ, ਜਿਸ ਤਰ੍ਹਾਂ ਸੁਰ ਤੇ ਤਾਲ ਦੇ ਅੰਦਰ। ਵਾਹ 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 ਵਾਹ, ਬਹੁਤ ਜ਼ਬਰਦਸਤ। ਇੱਕੋ ਜ਼ਿਕਰ ਤੇਰੇ ਜੋ ਬੰਦਾ, ਵਾਹ ਵੱਖੋ ਵੱਖ ਮਿਸਾਲ ਦੇ ਅੰਦਰ। ਵਾਹ 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 ਵਾਹ। ਸਰਫਰਾਜ਼ ਜੀ, ਸਾਡੇ ਕੋਲੋਂ ਟਾਈਮ ਜਿਹੜਾ ਉਹ ਘੱਟ ਹੈ। ਅਸੀਂ ਤਾਂ ਚਾਹੁੰਦੇ ਸਾਂ ਮਜ਼ੀਦ ਕਲਾਮ ਸੁਣੀਏ, ਬਲਕਿ ਬਹੁਤ ਜ਼ਿਆਦਾ ਸੁਣੀਏ, ਲੇਕਿਨ ਅਸੀਂ ਕੋਸ਼ਿਸ਼ ਕੀਤੀ ਕਿ ਤੁਹਾਡੇ ਕੋਲੋਂ ਜ਼ਿਆਦਾ ਤੋਂ ਜ਼ਿਆਦਾ ਸੁਣਿਆ ਜਾਵੇ। ਬਹੁਤ ਸੋਹਣਾ ਨਾਜ਼ਰੀਨ, ਜਿਸ ਤਰ੍ਹਾਂ ਕਿ ਤੁਸੀਂ ਸੁਣਿਆ, ਔਰ ਬਹੁਤ ਸੋਹਣਾ ਇਹਨਾਂ ਨੇ ਕਲਾਮ ਸੁਣਾਇਆ, ਬਹੁਤ ਸੋਹਣੀ ਗੱਲਬਾਤ ਕੀਤੀ। ਰੋਮਾਂਟਿਕ ਪੋਇਟ ਨੇ, ਇਹਨਾਂ ਦੀ ਸ਼ਾਇਰੀ ਦੇ ਵਿੱਚ ਵੀ ਤੁਹਾਨੂੰ ਉਹ ਚੀਜ਼ਾਂ ਨਜ਼ਰ ਆਈਆਂ। ਬਹੁਤ ਸੋਹਣਾ ਲਿਖਦੇ ਨੇ, ਔਰ ਇਸ ਚੀਜ਼ ਦਾ ਫੈਸਲਾ ਤੁਸੀਂ ਵੀ ਕਰੋਗੇ। ਬਹੁਤ ਆਸਾਨ ਜ਼ੁਬਾਨ ਦੇ ਵਿੱਚ, ਬਹੁਤ ਆਮ ਫਹਿਮ ਕਿ ਆਮ ਲੋਕਾਂ ਨੂੰ ਵੀ ਇਸ ਗੱਲ ਦੀ ਸਮਝ ਆਉਂਦੀ। ਔਰ ਆਸ ਕਰਨੇ ਆ ਤੁਹਾਨੂੰ ਅੱਜ ਦਾ ਪ੍ਰੋਗਰਾਮ ਵੀ ਬਹੁਤ ਪਸੰਦ ਆਏਗਾ। ਇਹਦੇ ਨਾਲ ਹੀ ਆਪਣੇ ਹੋਸਟ ਚਾਂਦ ਸ਼ਕੀਲ ਨੂੰ ਇਜਾਜ਼ਤ ਦਿਓ। ਲੈਓ ਯਾਰ ਹਵਾਲੇ ਰੱਬ ਦੇ, ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ।